ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੋ ਜਤਨ ਜੇ ਹੋਏ ਮਿਹਰਬਾਨਾ। ਗੁਰਬਾਣੀ ਦੀ ਇਸ ਪੰਕਤੀ ਦੇ ਦੋ ਪੱਖ ਹਨ। ਪਹਿਲਾ ਕਰੋ ਜਤਨ ਤੇ ਦੂਸਰਾ ਹੋਏ ਮਿਹਰਬਾਨਾ। ਕਰੋ ਜਤਨ ਦੇ ਅੰਤਰੀਵ ਭਾਵ ਨੂੰ ਸਪਸ਼ਟ ਕਰਨ ਲਈ ਕੁਝ ਵਿਚਾਰਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਸੂਰਜ ਹਮੇਸ਼ਾ ਪ੍ਰਕਾਸ਼ਮਾਨ ਹੈ ਤੇ ਇਸ ਦੀ ਧੁੱਪ ਦਾ ਪ੍ਰਕਾਸ਼ ਆਦਿ ਤੋਂ ਹੀ ਸਹਿਜ ਸੁਭਾਏ ਹੋ ਰਿਹਾ ਹੈ। ਇਸ ਤਰ੍ਹਾਂ ਇਹ ਪ੍ਰਕਾਸ਼ ਇਲਾਹੀ ਦਾਤ ਹੈ, ਅਮਿਤ ਹੈ, ਅਥਾਹ ਹੈ, ਇਕਸਾਰ ਹੈ, ਸਦੀਵੀ ਹੈ, ਸਹਿਜ ਸੁਭਾਏ ਹੈ, ਨਿਗ ਸਰੂਪ ਹੈ, ਸੁਖਦਾਈ ਹੈ, ਜੀਵਨ ਦਾਤਾ ਹੈ, ਸ਼ਕਤੀ ਦਾਤਾ ਹੈ, ਪ੍ਰਕਾਸ਼ ਰੂਪ ਹੈ, ਹਨੇਰ ਖੰਡਨ ਹੈ, ਵਿਤਕਰਾ ਰਹਿਤ ਹੈ, ਨਿਰਮਲ ਹੈ, ਸਰਬ ਵਿਆਪੀ ਹੈ। ਇਸ ਧੁੱਪ ਦੇ ਪ੍ਰਕਾਸ਼ ਲਈ ਅਸੀਂ ਕੋਈ ਸੋਚ ਨਹੀਂ ਕੀਤੀ, ਵਿਉਂਤ ਨਹੀਂ ਕੀਤੀ, ਮੰਗ ਨਹੀਂ ਕੀਤੀ, ਕਾਲਨਾ ਨਹੀਂ ਕਾਲੀ ਤੇ ਕੀਮਤ ਨਹੀਂ ਦਿੱਤੀ। ਜਦੋਂ ਕਦੀ ਅਸੀਂ ਇਸ ਧੁੱਪ ਦੀ ਇਲਾਹੀ ਦਾਤ ਤੋਂ ਵਾਂਝੇ ਹੁੰਦੇ ਹਾਂ ਤਾਂ ਇਸ ਵਿੱਚ ਧੁੱਪ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ। ਜਦੋਂ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਓਲੇ ਹੋ ਜਾਂਦੇ ਹਾਂ ਤਾਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ, ਤੇ ਜਦ ਧੁੱਪ ਦੇ ਪ੍ਰਕਾਸ਼ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤਾਂ ਫਿਰ ਧੁੱਪ ਦਾ ਸੁਖਦਾਈ ਨਿੱਘ ਤੇ ਚਾਨਣ ਮਾਣਦੇ ਹਾਂ। ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਸਾਡਾ ਯਤਨ ਹੈ। ਜਦੋਂ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਅਥਵਾ ਯਾਦ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਸਾਰੀਆਂ ਦੈਵੀ ਦਾਤਾਂ ਸਹਿਜੇ ਹੀ ਪ੍ਰਦਾਨ ਹੁੰਦੀਆਂ ਹਨ ਤੇ ਅਸੀਂ ਅਲੌਕਿਕ ਇਲਾਹੀ ਹਜ਼ੂਰੀ ਦਾ ਨਿੱਘ ਤੇ ਰਸ ਦਾ ਰੰਗ ਮਾਣਦੇ ਹਾਂ। ਤੇ ਇਸ ਦੇ ਐਨ ਉਲਟ ਜਦੋਂ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਤੋਂ ਬੇਮੁਖ ਹੋ ਕੇ ਭੁੱਲ ਵਿੱਚ ਵਿਚਰਦਾ ਹੈ ਤਾਂ ਅਸੀਂ ਸਾਰੀਆਂ ਇਲਾਹੀ ਦਾਤਾਂ ਤੋਂ ਵਾਂਝੇ ਰਹਿੰਦੇ ਹਾਂ ਤੇ ਮਾਇਕੀ ਭਰਮ ਦੇ ਹਨੇਰ ਕਾਰਨ ਦੁੱਖ ਕਲੇਸ਼ ਭੋਗਦੇ ਹਾਂ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੈ ਰੋਗ, ਵੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ। ਜਿਸਨੂੰ ਬਿਸਰੈ ਪੁਰਖ ਵਿਦਾਤਾ, ਜਲਤਾ ਫਿਰੈ ਰਹਿ ਨਿਤਾਤਾ। ਅਕਿਰਤ ਕਨੈ ਕੋ ਰਖਿਆ ਨ ਕੋਈ, ਨਰਕ ਘੋਰ ਮੈਂ ਪਾਵਨਾ। ਇਸ ਤਰ੍ਹਾਂ ਪ੍ਰਕਾਸ਼ ਦਾ ਰਸ ਮਾਣਨਾ ਜਾਂ ਇਸ ਤੋਂ ਵਾਂਝੇ ਰਹਿਣਾ ਸਾਡੇ ਮੁੱਢਲੇ ਯਤਨ ਦਾ ਹੀ ਨਤੀਜਾ ਹੈ। ਜਾਂ ਇਉਂ ਕਹੋ ਕਿ ਨਾਮ ਸਿਮਰਨ ਹੀ ਆਤਮਕ ਪ੍ਰਕਾਸ਼ ਦੀ ਗੁਪਤ ਕੁੰਜੀ ਹੈ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਦੀ ਯਾਦ ਅਥਵਾ ਸਿਮਰਨ ਹੀ ਨਾਮ ਦੇ ਪ੍ਰਕਾਸ਼ਮਈ ਆਤਮਕ ਮੰਡਲ ਦੀਆਂ ਇਲਾਹੀ ਦਾਤਾਂ ਦੇ ਭੰਡਾਰੇ ਦੀ ਆਤਮਕ ਕੁੰਜੀ ਹੈ। ਮਨ ਪਿਆਰਿਆ ਜਿਉ ਮਿੱਤਰਾ, ਹਰ ਨਾਮ ਜਪਤ ਪ੍ਰਗਾਸੋ। ਜਿਸ ਸਿਮਰਤ ਸਗਲਾ ਦੁਖ ਜਾਏ, ਸਰਬ ਸੂਖ ਵਸੈ ਮਨ ਆਏ। ਚੀਤ ਆਵੈ ਤਾਂ ਸਹਿਜ ਕਰ ਪਾਇਆ। ਪਰ ਇੱਥੇ ਇੱਕ ਅਤ ਡੂੰਗੀ ਤੇ ਜ਼ਰੂਰੀ ਕੁੰਡੀ ਖੋਲਣ ਦੀ ਲੋੜ ਹੈ। ਹਉਮੈ ਅਧੀਨ ਤ੍ਰੈ ਗੁਣਾਂ ਵਿੱਚ ਕੀਤੇ ਹੋਏ ਧਾਰਮਿਕ ਕਰਮ ਕਿਰਿਆ ਜਾਂ ਕਰਮ ਕਾਂਡ ਸਾਡੇ ਯਤਨ ਹਨ, ਨਤੀਜਾ ਨਹੀਂ। ਸਾਧਨ ਹਨ, ਪੂਰਨਤਾ ਨਹੀਂ। ਇਹ ਯਾਤਰਾ ਹੈ, ਮੰਜ਼ਿਲ ਨਹੀਂ। ਗਿਆਨ ਹੈ, ਪ੍ਰਕਾਸ਼ ਨਹੀਂ। ਕਾਲਨਾ ਹੈ, ਗੁਰ ਪ੍ਰਸਾਦ ਨਹੀਂ। ਪੌੜੀ ਹੈ, ਸ਼ਿਖਰ ਨਹੀਂ। ਕਲਾਸਾਂ ਹਨ, ਡਿਗਰੀ ਨਹੀਂ। ਕਿਰਿਆ ਹੈ, ਨਤੀਜਾ ਨਹੀਂ। ਹਾਂਜੀ, ਫਲ ਹੈ, ਰਸ ਨਹੀਂ। ਫੁੱਲ ਹੈ, ਮਹਿਕ ਨਹੀਂ। ਬਲਬ ਹੈ, ਰੋਸ਼ਨੀ ਨਹੀਂ। ਦਾਤੇ ਦਾਤ ਰਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਹ ਪਿਰਮ ਪਿਆਲਾ ਖਸਮ ਕਾ, ਜੈ ਪਾਵੈ ਤੈਂ ਦੇ। ਪਰ ਅਸੀਂ ਆਪਣੀ ਹਉਮੈ ਅਧੀਨ ਮਾਇਕੀ ਕ੍ਰਿਸ਼ਮਿਆਂ ਵਿੱਚ ਇਤਨੇ ਚੁੰਧਿਆਏ ਹੋਏ ਹਾਂ ਕਿ ਫਲਦਾਤਾ ਪਰਮੇਸ਼ਰ ਨੂੰ ਉੱਕਾ ਹੀ ਭੁੱਲ ਗਏ ਹਾਂ ਤੇ ਆਪਣੇ ਹਉ ਅਧੀਨ ਕੀਤੇ ਹੋਏ ਯਤਨਾਂ ਨੂੰ ਹੀ ਫਲ ਸਮਝੀ ਬੈਠੇ ਹਾਂ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਸ਼ਬਦੇ ਸਾਧ ਨ ਆਵਈ, ਨਾਮ ਨ ਲੱਗੈ ਪਿਆਰ। ਸੇਵਾ ਥਾਏ ਨ ਪਵੀ, ਤਿਸ ਕੀ ਖਪ ਖਪ ਹੋਏ ਖੁਆਰ।
ਅਸਲ ਵਿੱਚ ਇਹ ਫਲ ਆਤਮਕ ਦਾਤ ਹੈ ਜੋ ਤੁਰੋਂ ਸਤਿਗੁਰੂ ਦੁਆਰਾ ਪ੍ਰਦਾਨ ਹੁੰਦੀ ਹੈ। ਇਸ ਵਿੱਚ ਸਾਡੇ ਹਉਤਾਰੀ ਜੀਵਾਂ ਦਾ ਕੋਈ ਦਖਲ ਅਥਵਾ ਜ਼ੋਰ ਨਹੀਂ, ਇਹ ਤਾਂ ਸਿਰਫ ਗੁਰ ਪ੍ਰਸਾਦ ਹੈ। ਜੋਰ ਨ ਮੰਗਨ ਦੇਨ ਨ ਜੋਰ, ਤੁਧ ਬਿਨ ਸਿਧੀ ਕਿਨੈ ਨ ਪਾਈਆਂ, ਕਰਮ ਮਿਲੈ ਨਾਹੀ ਠਾਕ ਰਹਾਈਆਂ। ਦੇਵਨ ਵਾਲੇ ਕੈ ਹੱਥ ਦਾਤ ਹੈ, ਗੁਰੂ ਦੁਆਰੇ ਪਾਏ। ਜਦ ਮਾਂ ਬਾਪ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਬਾਪ ਆਪਣੇ ਬੱਚੇ ਦਾ ਪਾਲਣ ਪੋਸ਼ਣ, ਖੁਸ਼ਹਾਲੀ, ਵਿਦਿਆ, ਵਿਆਹ, ਰੋਜ਼ਗਾਰ ਆਦਿ ਦੀਆਂ ਵਿਉਂਤਾਂ ਸੋਚਣਾ ਸ਼ੁਰੂ ਕਰ ਦਿੰਦੇ ਹਨ ਤੇ ਸਾਰੀ ਉਮਰ ਉਸ ਲਈ ਸ਼ੁਭ ਇੱਛਾਵਾਂ ਤੇ ਅਸੀਸਾਂ ਹੀ ਦਿੰਦੇ ਰਹਿੰਦੇ ਹਨ। ਦੇਖਿਆ ਗਿਆ ਹੈ ਕਿ ਜਨਮ ਤੋਂ ਪਹਿਲਾਂ ਹੀ ਮਾਂ ਬੱਚੇ ਲਈ ਦੁੱਧ ਵਾਲੀ ਬੋਤਲ ਤੇ ਪੋਤੜੇ ਆਦਿ ਤਿਆਰ ਕਰ ਲੈਂਦੀ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਮਾਂ ਦੀ ਕੁੱਖ ਵਿੱਚ ਬੱਚੇ ਦੇ ਨਿੰਮਣ ਦੇ ਨਾਲ ਹੀ ਉਸ ਦੀ ਭਲਾਈ ਦੀ ਸੋਚ ਜਾਂ ਫਿਕਰ ਮਾਂ ਦੇ ਹਿਰਦੇ ਵਿੱਚ ਉਪਜ ਪੈਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੀਵ ਦੇ ਉਪਜਣ ਦੇ ਨਾਲ ਹੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵ ਦੀ ਭਲਾਈ ਲਈ ਸਾਰੇ ਪ੍ਰਬੰਧ ਅਗੇਤਰੇ ਹੀ ਆਰੰਭ ਹੋ ਜਾਂਦੇ ਹਨ। ਇਸ ਲਈ ਲਿਖਿਆ ਨਾਲ ਵਾਲਾ ਹੁਕਮ ਜੀਵ ਦੇ ਜਨਮ, ਜੀਵ ਦੇ ਪਾਲਣ ਪੋਸ਼ਣ ਤੇ ਭਲਾਈ ਲਈ ਸੰਪੂਰਨ ਅਪੁੱਲ ਤੇ ਸਹਿਜੇ ਹੀ ਵਰਤ ਰਿਹਾ ਹੈ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋ ਬਨ ਭੋਜਨ ਸੁਖ ਸੂਦ, ਬਿਰਦ ਪਿਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੇਨ। ਜਿਸ ਤਰ੍ਹਾਂ ਬੂਟੇ ਦੇ ਬੀਜ ਵਿੱਚ ਉਸ ਦੇ ਉਪਜਣ, ਪ੍ਰਫੁੱਲਤ ਤੇ ਲੈ ਹੋਣ ਦਾ ਮੁਕੰਮਲ ਹੁਕਮ ਉਸ ਦੇ ਅੰਤਰ ਨਾਲ ਲਿਖਿਆ ਹੁੰਦਾ ਹੈ। ਇਹ ਨਾਲ ਲਿਖਿਆ ਵਾਲਾ ਹੁਕਮ ਜੀਵ ਦੇ ਦੁਨਿਆਵੀ ਜੀਵਨ ਦੀ ਖੁਸ਼ਹਾਲੀ ਲਈ ਕਾਫੀ ਨਹੀਂ, ਬਲਕਿ ਉਸ ਦੇ ਆਤਮਿਕ ਜੀਵਨ ਲਈ ਵੀ ਸਹਾਇਕ ਹੈ ਤੇ ਜੀਵ ਨੂੰ ਮੁੜ ਆਪਣੇ ਨਿਜ ਘਰ ਵੱਲ ਪ੍ਰੇਰਦਾ ਤੇ ਅਗਵਾਈ ਕਰਦਾ ਹੈ, ਜਿਸ ਦੁਆਰਾ ਉਹ ਨਾਲ ਲਿਖੇ ਹੁਕਮ ਨੂੰ ਬੁੱਝ ਕੇ ਇਸ ਦੀ ਰਜ਼ਾ ਵਿੱਚ ਚੱਲਣਾ ਸਿੱਖ ਲਵੇ। ਪਰ ਜੇਕਰ ਜੀਵ ਦੁਨੀਆ ਵਿੱਚ ਦੁੱਖ ਕਲੇਸ਼ ਭੋਗਦਾ ਹੈ ਤਾਂ ਇਸ ਦਾ ਕਾਰਨ ਇਹੀ ਹੈ ਕਿ ਉਹ ਆਪਣੇ ਇਲਾਹੀ ਮਾਤਾ ਪਰਮੇਸ਼ਰ ਨੂੰ ਭੁੱਲ ਗਿਆ ਹੈ। ਹਾਂਜੀ, ਜੇਕਰ ਜੀਵ ਦੁਨੀਆ ਵਿੱਚ ਦੁੱਖ ਕਲੇਸ਼ ਭੋਗਦਾ ਹੈ ਤਾਂ ਇਸ ਦਾ ਕਾਰਨ ਇਹੀ ਹੈ ਕਿ ਉਹ ਆਪਣੇ ਇਲਾਹੀ ਮਾਤਾ ਪਿਤਾ ਪਰਮੇਸ਼ਰ ਨੂੰ ਭੁੱਲ ਗਿਆ ਹੈ ਤੇ ਨਾਲ ਲਿਖੇ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਆਪਣੀ ਹਉ ਦੇ ਆਸਰੇ, ਆਪਣੀ ਸਿਆਣਪ ਦੁਆਰਾ ਆਪਣੇ ਪਾਣੇ ਵਿੱਚ ਵਿਚਰਦਾ ਹੈ। ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਆਪਣੇ ਪਾਣੇ ਕੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਜ਼ਰੂਰੀ ਨੁਕਤਾ ਇਹ ਹੈ ਕਿ ਇਹ ਲਿਖਿਆ ਨਾਲ ਹੁਕਮ ਹਰ ਜੀਵ ਲਈ ਜੀਵਨ ਸੇਧ ਹੈ, ਨਿਜੀ ਧਰਮ ਹੈ, ਮੁਕੰਮਲ ਇਲਾਹੀ ਕਾਨੂੰਨ ਹੈ। ਲੋਕ ਸੁਖੀਆ ਹੈ ਪਰ ਲੋਕ ਸੁਹੇਲਾ ਹੈ। ਹਾਜੀ, ਅੰਤਰ ਆਤਮੇ ਬੀਜ ਹੈ, ਅੰਦਰੋਂ ਹੀ ਉਪਜਿਆ ਹੈ, ਓਤ ਪੋਤ ਸਮਾਇਆ ਹੈ, ਰੱਬ ਰਿਆ ਭਰਪੂਰ ਹੈ। ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਕਰਮ ਕਾਂਡਾਂ ਤੋਂ ਪਰੇ ਹੈ, ਬੁੱਧੀ ਦੀ ਪਕੜ ਤੋਂ ਪਰੇ ਹੈ। ਬਖਸ਼ਿਸ਼ ਹੈ, ਗੁਰ ਪ੍ਰਸਾਦ ਹੈ, ਅਬੁਝ ਹੈ, ਅਪਾਰ ਹੈ, ਅਪੁੱਲ ਹੈ। ਉਦਾਹਰਨ ਦੇ ਤੌਰ ਤੇ ਸਾਰੀ ਬਨਸਪਤੀ ਦੇ ਬੀਜਾਂ ਦੇ ਅੰਦਰ ਨਾਲ ਲਿਖੇ ਹੁਕਮ ਅਨੁਸਾਰ ਹਰ ਇੱਕ ਬੂਟਾ ਉਗਦਾ ਹੈ, ਵੱਧਦਾ ਹੈ, ਫੁੱਲਦਾ ਹੈ ਤੇ ਫਿਰ ਫਲ ਦਿੰਦਾ ਹੈ। ਪਰ ਇਹਨਾਂ ਦੀਆਂ ਟਾਹਣੀਆਂ, ਪੱਤੀਆਂ, ਫਲਾਂ ਤੇ ਕੱਦ, ਰੰਗ, ਸਵਾਦ ਤੇ ਉਮਰ ਵਿੱਚ ਭਿੰਨਤਾ ਹੈ। ਇਸ ਤਰ੍ਹਾਂ ਬਨਸਪਤੀ ਜਾਂ ਹੋਰ 84 ਲੱਖ ਜੂਨਾਂ ਦੇ ਜੀਵਾਂ ਵਿੱਚ ਸੀਮਤ ਬੁੱਧੀ ਹੋਣ ਕਾਰਨ ਉਹ ਆਪਣੀਆਂ ਸਿਆਣਪ ਜਾਂ ਉਕਤੀਆਂ ਜੁਗਤੀਆਂ ਨਹੀਂ ਵਰਤ ਸਕਦੇ। ਇਸ ਲਈ ਉਹ ਨਾਲ ਲਿਖੇ ਇਲਾਹੀ ਹੁਕਮ ਵਿੱਚ ਸਹਿਜੇ ਅਣਜਾਣੇ ਹੀ ਵਿਚਰਦੇ ਤੇ ਵਰਤਦੇ ਹਨ। 84 ਲੱਖ ਜੂਨਾਂ ਆਪੋ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚੱਲਦੇ ਹੋਏ, ਅਪੋਲ ਹੀ ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕਦੇ ਹੋਏ ਆਪਣਾ ਜੀਵਨ ਪੰਧ ਮੁਕਾ ਰਹੀਆਂ ਹਨ ਤੇ ਉਹਨਾਂ ਦੀ ਆਤਮਿਕ ਤਰੱਕੀ ਸਹਿਜੇ ਹੀ ਹੋ ਰਹੀ ਹੈ।
ਇਹੋ ਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਲਈ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ ਤੇ ਨਾ ਹੀ ਕਿਸੇ ਪ੍ਰਚਾਰ ਦੀ ਲੋੜ ਹੈ। ਇਹ ਜੂਨਾ ਹੁਕਮ ਰਜ਼ਾਈ ਚਲਣਾ ਅਨੁਸਾਰ ਇਲਾਹੀ ਅਦ੍ਰਿਸ਼ਟ ਅਟਲ ਅਪੁਲ ਆਪੋ ਆਪਣਾ ਨਿੱਜੀ ਧਰਮ ਅਣਜਾਣੇ ਹੀ ਕਮਾ ਰਹੀਆਂ ਹਨ। ਇਹ ਜੂਨਾ ਨਾ ਹਿੰਦੂ ਹਨ, ਨਾ ਮੁਸਲਮਾਨ, ਨਾ ਈਸਾਈ ਤੇ ਨਾ ਮੁਸਾਈ ਹਨ। ਸਿਰਫ ਆਪਣੇ ਕਰਤੇ ਦੇ ਬਖਸ਼ੇ ਹੋਏ ਚਿੰਨ੍ਹਾਂ ਵਿੱਚ ਆਪੋ ਆਪਣਾ ਨਿੱਜੀ ਧਰਮ ਅਥਵਾ ਹੁਕਮ ਅਪੋਲ ਹੀ ਕਮਾ ਰਹੀਆਂ ਹਨ। ਪਰ ਇਨਸਾਨ ਆਪਣੀ ਤੀਖਣ ਬੁੱਧੀ ਦੁਆਰਾ ਮਨਮੋਹਣੀ ਮਾਇਆ ਦੀ ਖੋਜ ਤੇ ਕ੍ਰਿਸ਼ਮਿਆਂ ਦੇ ਰੰਗ ਰਸ ਵਿੱਚ ਇਤਨਾ ਗਲਤਾਨ ਹੋ ਗਿਆ ਹੈ ਕਿ ਆਪਣੇ ਕਰਤੇ ਪਰਮੇਸ਼ਰ ਤੇ ਉਸ ਦੇ ਨਾਲ ਲਿਖੇ ਹੁਕਮ ਨੂੰ ਉੱਕਾ ਹੀ ਭੁੱਲ ਗਿਆ ਹੈ। ਹੁਕਮ ਰਜ਼ਾਈ ਚੱਲਣਾ ਦੀ ਬਜਾਏ ਜੀਵ ਆਪਣੀ ਤੀਖਣ ਬੁੱਧੀ ਤੇ ਮਾਨਸਿਕ ਆਜ਼ਾਦੀ ਦੀ ਗਲਤ ਤੇ ਨਜਾਇਜ਼ ਵਰਤੋਂ ਕਰ ਰਿਹਾ ਹੈ, ਜਿਸ ਕਾਰਨ ਇਹ ਜੀਵ ਤ੍ਰੈਗੁਣਾ ਦੇ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਆਪਣਾ ਕੀਤਾ ਆਪ ਭੁਗਤਦਾ ਹੈ ਤੇ ਇਸ ਦਾ ਦੋਸ਼ ਰੱਬ ਜਾਂ ਦੂਜਿਆਂ ਤੇ ਲਾਉਂਦਾ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਤੇ ਰਸਾਤਲ ਵੱਲ ਰੁੜਿਆ ਜਾਂਦਾ ਹੈ। ਹਾਂਜੀ, ਇਨਸਾਨ ਆਪਣੇ ਪਰਮੇਸ਼ਰ ਨੂੰ ਭੁੱਲ ਗਏ ਹਨ ਤੇ ਉਸ ਦੇ ਸੁਖਦਾਈ ਨਾਲ ਲਿਖੇ ਹੁਕਮ ਤੋਂ ਬੇਖਬਰ ਬੇਮੁਖ ਹੋ ਗਏ ਹਨ, ਜਿਸ ਕਾਰਨ ਉਹਨਾਂ ਦੀ ਵਿਛੜ ਚੋਟਾਂ ਖਾਵੇ ਵਾਲੀ ਦੁਰਗਤੀ ਹੋ ਰਹੀ ਹੈ। ਇਸੇ ਲਈ ਸਿਰਫ ਇਨਸਾਨ ਦੀ ਜੂਨੀ ਨੂੰ ਹੀ ਆਤਮਕ ਮਾਤਾ ਪਿਤਾ ਪਰਮੇਸ਼ਰ ਦੀ ਹੋਣ ਦੀ ਯਾਦ ਦਿਲਾਉਣ ਲਈ, ਹੁਕਮ ਰਜ਼ਾਈ ਚੱਲਣਾ ਦਾ ਸਬਕ ਸਿਖਾਉਣ ਲਈ ਤੇ ਮੁੜ ਇਲਾਹੀ ਮਾਤਾ ਪਿਤਾ ਪਰਮੇਸ਼ਰ ਦੀ ਨਿੱਗੀ ਤੇ ਸੁਖਦਾਈ ਗੋਦ ਵੱਲ ਪ੍ਰੇਰਨ ਲਈ ਲੋੜ ਅਨੁਸਾਰ ਸਮੇਂ ਸਮੇਂ ਸਿਰ ਪਿੰਨ ਪਿੰਨ ਧਰਮ ਅਥਵਾ ਮਜ਼ਹਬ ਹੋਂਦ ਵਿੱਚ ਆਏ। ਇਸ ਤਰ੍ਹਾਂ ਅਕਾਲ ਪੁਰਖ ਨੇ ਆਦ ਤੋਂ ਹੀ ਸਮੇਂ ਸਮੇਂ ਸਿਰ ਗੁਰੂ ਅਵਤਾਰ ਸਾਧ ਸੰਤ ਮਹਾਪੁਰਖ ਗੁਰਮੁਖ ਪਿਆਰੇ ਦੁਨੀਆ ਉੱਤੇ ਪ੍ਰਗਟ ਕੀਤੇ, ਜਿਨ੍ਹਾਂ ਨੇ ਸਮੇਂ ਅਨੁਸਾਰ ਆਪੋ ਆਪਣੇ ਧਰਮ ਚਲਾਏ ਤੇ ਮਾਨਵਤਾ ਨੂੰ ਧਾਰਮਿਕ ਜੀਵਨ ਦੀ ਸੇਧ ਦਿੱਤੀ। ਇਹ ਸਾਰੀ ਇਲਾਹੀ ਖੇਲ ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਾਂ ਲਈ ਸ਼ੁਭ ਭਾਵਨਾਵਾਂ ਤੇ ਅਥਾ ਪਿਆਰ ਦਾ ਹੀ ਪ੍ਰਗਟਾਵਾ ਹੈ। ਅੰਧਕੂਪ ਤੇ ਕਾਢਨਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ, ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ। ਪਰੰਤੂ ਇਹ ਬਾਹਰਲਾ ਕਰਮ ਕਾਂਡਾ ਵਾਲਾ ਧਰਮ ਬਾਹਰੋਂ ਮਨ ਬੁੱਧੀ ਤੇ ਸਰੀਰ ਦੁਆਰਾ ਹੀ ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਪੜਿਆ ਪੜਾਇਆ, ਧਾਰਿਆ ਕਮਾਇਆ ਤੇ ਕਾਲਿਆ ਜਾਂਦਾ ਹੈ, ਜੋ ਕਿ ਜੀਵਾਂ ਨੂੰ ਤ੍ਰੈ ਗੁਣਾ ਦੀ ਮਾਇਆ ਦੇ ਦਾਇਰੇ ਦੀ ਸੀਮਾ ਤਾਈਂ ਪਹੁੰਚਾ ਸਕਦਾ ਹੈ। ਉੱਪਰਲੇ ਸਾਰੇ ਵਿਚਾਰ ਸਿਰਫ ਕਰੋ ਯਤਨ ਤਾਈਂ ਸੀਮਤ ਹਨ। ਹੁਣ ਆਪਾਂ ਹੋਏ ਮਿਹਰਬਾਨਾਂ ਦੀ ਬਾਬਤ ਖੋਲ ਕੇ ਵਿਚਾਰ ਕਰੀਏ। ਹੋਏ ਮਿਹਰਬਾਨਾਂ ਦੀ ਖੇਲ ਨਿਰਾਲੀ ਹੈ, ਜੋ ਕਿ ਨਿਰੋਲ ਇਲਾਹੀ ਬਖਸ਼ਿਸ਼ ਗੁਰ ਪ੍ਰਸਾਦ ਨਦਰ ਕਰਮ ਹੈ। ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਮਾਂ ਦੀ ਕੁੱਖ ਵਿੱਚ ਬੱਚੇ ਦੇ ਨਿੰਮਣ ਦੇ ਨਾਲ ਹੀ ਮਾਂ ਦੇ ਹਿਰਦੇ ਵਿੱਚ ਆਉਣ ਵਾਲੇ ਬੱਚੇ ਦੀ ਭਲਾਈ ਪਾਲਣ ਪੋਸ਼ਣ ਤੇ ਪ੍ਰਫੁੱਲਤਾ ਲਈ ਅਨੇਕਾਂ ਸੋਚਾਂ ਵਿਚਾਰਾਂ ਵਿਉਂਤਾਂ ਅਗੇਤਰੇ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਸਾਡੀ ਇਲਾਹੀ ਮਾਤਾ ਪਰਮੇਸ਼ਰ ਨੇ ਵੀ ਜਦ ਇਹ ਸਾਰਾ ਸੰਸਾਰ ਆਪਣੀ ਮੌਜ ਵਿੱਚ ਕੁਆਓ ਦੁਆਰਾ ਰਚਿਆ ਤਾਂ ਉਸ ਦੇ ਨਾਲ ਹੀ ਸੰਸਾਰ ਦੇ ਜੀਵਾਂ ਦੀ ਭਲਾਈ ਪਾਲਣ ਪੋਸ਼ਣ ਤੇ ਪ੍ਰਫੁੱਲਤਾ ਲਈ ਪੂਰਨ ਮੁਕੰਮਲ ਅਪੁੱਲ ਤੇ ਸਦੀ ਵੀ ਇਲਾਹੀ ਹੁਕਮ ਜਾਰੀ ਕਰ ਦਿੱਤਾ। ਇਹੋ ਜਿਹੇ ਸੁਖਦਾਈ ਕਲਿਆਣਕਾਰੀ ਇਲਾਹੀ ਹੁਕਮ ਵਿੱਚ ਸਿਵਾਏ ਇਨਸਾਨੀ ਜੂਨ ਦੇ ਬਾਕੀ ਸਾਰੀਆਂ ਜੂਨਾਂ ਅਣਜਾਣੇ ਅਪੋਲ ਸਹਿਜ ਸੁਭਾਏ ਹੀ ਵਿਚਰ ਰਹੀਆਂ ਹਨ। ਅਕਾਲ ਪੁਰਖ ਨੇ ਇਨਸਾਨੀ ਜੂਨ ਨੂੰ ਆਪਣੇ ਸਰੂਪ ਵਿੱਚ ਕੜਿਆ ਹੈ। ਹਾਂਜੀ, ਅਕਾਲ ਪੁਰਖ ਨੇ ਇਨਸਾਨੀ ਜੂਨ ਨੂੰ ਆਪਣੇ ਸਰੂਪ ਵਿੱਚ ਕੜਿਆ ਹੈ। ਇਸ ਨੂੰ ਸਵੈ ਚਿੰਤਨ ਬਖਸ਼ਿਆ ਹੈ, ਤੀਖਣ ਬੁੱਧੀ ਪ੍ਰਦਾਨ ਕੀਤੀ ਹੈ,
ਪਰ ਹੋਮੇ ਵੇੜਿਆ ਇਨਸਾਨ ਮਾਇਆ ਦੇ ਮਨਮੋਹਣੇ ਚਮਤਕਾਰਾਂ ਵਿੱਚ ਗਲਤਾਨ ਹੋ ਕੇ ਪਰਮੇਸ਼ਰ ਦੀਆਂ ਇਹਨਾਂ ਵੱਡਮੁੱਲੀਆਂ ਦਾਤਾਂ, ਸਵੈ ਚਿੰਤਨ ਤੇ ਤੀਖਣ ਬੁੱਧੀ ਦੀਆਂ ਸ਼ਕਤੀਆਂ ਦੀ ਗਲਤ ਤੇ ਉਲਟ ਵਰਤੋਂ ਕਰਕੇ, ਮਿਸਯੂਜ਼ ਕਰਕੇ ਅਕਾਲ ਪੁਰਖ ਦੇ ਸੁਖਦਾਈ ਹੁਕਮ ਤੇ ਨਿੱਗੀ ਗੋਦ ਤੋਂ ਆਪਣੇ ਆਪ ਨੂੰ ਵਾਂਝਿਆ ਰੱਖਦਾ ਹੈ। ਤੇ ਉਹ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਅਨੁਸਾਰ ਦੁੱਖ ਭੋਗ ਰਿਹਾ ਹੈ। ਇੱਕ ਹੋਰ ਉਦਾਹਰਨ ਹੈ, ਜਦੋਂ ਕਿਸੇ ਦਾ ਬੱਚਾ ਗਵਾਚ ਜਾਏ ਤਾਂ ਮਾਂ-ਬਾਪ ਬੱਚੇ ਲਈ ਮੋਹ ਮਮਤਾ ਵਿੱਚ ਦੁਖੀ ਹੋ ਕੇ ਤੜਪਦੇ ਹਨ। ਬੱਚੇ ਦੀ ਖੋਜ ਲਈ ਅਖਬਾਰਾਂ ਤੇ ਰੇਡੀਓ ਵਿੱਚ ਐਲਾਨ ਕਰਦੇ ਹਨ ਕਿ ਜੇ ਕੋਈ ਉਹਨਾਂ ਦੇ ਬੱਚੇ ਦੀ ਖਬਰ ਦੇਵੇ ਜਾਂ ਲੱਭ ਦੇਵੇ ਉਸ ਨੂੰ ਸ਼ੁਕਰਾਨਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜਦੋਂ ਕੋਈ ਜੀਵ ਮਾਇਆ ਦੇ ਭਰਮ ਕਾਰਨ ਆਪਣੇ ਕਰਤਾ ਅਕਾਲ ਪੁਰਖ ਨੂੰ ਭੁੱਲ ਕੇ ਬੇਮੁਖ ਹੋ ਜਾਂਦਾ ਹੈ ਤਾਂ ਸਦ ਬਖਸ਼ਿੰ ਸਦਾ ਮਿਹਰਬਾਨਾ ਅਕਾਲ ਪੁਰਖ ਨੂੰ ਵੀ ਆਪਣੇ ਭੁੱਲੇ ਹੋਏ ਬੱਚਿਆਂ ਲਈ ਦੁੱਖ ਹੁੰਦਾ ਹੈ। ਹਾਂਜੀ, ਜਦੋਂ ਕਦੇ ਕੋਈ ਜੀਵ ਮਾਇਆ ਦੇ ਭਰਮ ਕਾਰਨ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਬੇਮੁਖ ਹੋ ਜਾਂਦਾ ਹੈ ਤਾਂ ਸਦ ਬਖਸ਼ਿੰ ਸਦਾ ਮਿਹਰਬਾਨ ਅਕਾਲ ਪੁਰਖ ਨੂੰ ਵੀ ਆਪਣੇ ਭੁੱਲੇ ਹੋਏ ਬੱਚਿਆਂ ਲਈ ਦੁੱਖ ਹੁੰਦਾ ਹੈ। ਇਸੇ ਲਈ ਐਸੇ ਬੇਅੰਤ ਮਾਇਆ ਵਿੱਚ ਗਵਾਚੇ ਜੀਵਾਂ ਨੂੰ ਮਾਇਕੀ ਭੌਜਲ ਬਿਖਮ ਅਸਗਾ ਵਿੱਚੋਂ ਕੱਢ ਕੇ ਮੁੜ ਆਪਣੇ ਨਿਜ ਘਰ ਵੱਲ ਪ੍ਰੇਰਨ ਲਈ ਸਮੇਂ ਸਮੇਂ ਸਿਰ ਗੁਰੂ ਅਵਤਾਰ ਸਾਧ ਸੰਤ ਹਰ ਜਨ ਗੁਰਮੁਖ ਪਿਆਰੇ ਜਗ ਵਿੱਚ ਭੇਜੇ, ਜਿਨ੍ਹਾਂ ਨੇ ਸਮੇਂ ਸਮੇਂ ਅਨੁਸਾਰ ਪਿੰਨ ਪਿੰਨ ਧਰਮ ਮਜ਼ਹਬ ਚਲਾਏ ਤੇ ਆਪੋ ਆਪਣੀਆਂ ਬਾਣੀਆਂ ਸਾਡੀ ਪ੍ਰੇਰਨਾ ਤੇ ਅਗਵਾਈ ਲਈ ਛੱਡ ਗਏ। ਉਪਦੇਸ਼ ਕਰੈ ਗੁਰ ਸਤਗੁਰ ਪੂਰਾ, ਗੁਰ ਸਤਗੁਰ ਪਰ ਉਪਕਾਰੀਆ ਜੀਓ। ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਪਈ ਬਤੀਤ। ਜਗਤ ਉਦਾਹਰਨ ਸਾਧ ਪ੍ਰਭ ਤਿੰਨ ਲਾਗੋਂ ਪਾਲ। ਜੇਕਰ ਭੁੱਲੇ ਹੋਏ ਜੀਵ ਅਥਵਾ ਜਿਗਿਆਸੂਆਂ ਨੂੰ ਆਪਣੇ ਸੁਖਦਾਈ ਆਤਮਕ ਨਿਜ ਘਰ ਵੱਲ ਰੁਖ ਕਰਨ ਵਿੱਚ ਕੋਈ ਸਹਾਈ ਹੋਵੇ ਤਾਂ ਉਸ ਸਹਾਇਕ ਗੁਰਮੁਖ ਪਿਆਰੇ ਉੱਤੇ ਵੀ ਸਤਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ। ਜਨ ਨਾਨਕ ਤੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਹਾਂ ਸਦਕੇ ਤਿਨਾ ਗੁਰ ਸਿੱਖਾਂ, ਗੁਰ ਸਿੱਖ ਦੇ ਗੁਰ ਸਿੱਖ ਮਿਲਾਇਆ। ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਦੇ ਕਲਿਆਣ ਲਈ 10 ਜਾਮੇ ਧਾਰਨ ਕੀਤੇ ਤੇ ਆਪਣੀ ਬਖਸ਼ਿਸ਼ ਦੁਆਰਾ ਸਾਨੂੰ ਗੁਰਬਾਣੀ ਦੇ ਲੜ ਲਾਇਆ। ਇਹ ਜੋ ਗੁਰਬਾਣੀ ਦਾ ਪਾਠ ਕੀਰਤਨ ਤੇ ਕਥਾ ਦੁਆਰਾ ਪ੍ਰਚਾਰ ਹੋ ਰਿਹਾ ਹੈ, ਇਹ ਸਭ ਭੁੱਲੇ ਹੋਏ ਅਥਵਾ ਬੇਮੁਖ ਹੋਏ ਜੀਵਾਂ ਦੇ ਕਲਿਆਣ ਹਿਤ ਸਤਿਗੁਰੂ ਦੀ ਮਿਹਰ ਬਖਸ਼ਿਸ਼ ਹੈ। ਅੱਜ ਦੇ ਵਿਗਿਆਨਕ ਜ਼ਮਾਨੇ ਵਿੱਚ ਇਹ ਗੁਰਬਾਣੀ ਦੀ ਦਾਤ ਰੇਡੀਓ, ਟੈਲੀਵਿਜ਼ਨ, ਟੇਪ ਰਿਕਾਰਡਰ ਤੇ ਸਪੀਕਰ ਦੁਆਰਾ ਘਰ ਬੈਠਿਆਂ, ਤੁਰਦਿਆਂ, ਫਿਰਦਿਆਂ, ਸੁੱਤਿਆਂ ਹੀ ਸਹਿਜੇ ਵੰਡੀ ਜਾ ਰਹੀ ਹੈ। ਪਰ ਬਾਵਜੂਦ ਇੰਨੀਆਂ ਸਹੂਲਤਾਂ ਦੇ ਅਸੀਂ ਇਹਨਾਂ ਇਲਾਹੀ ਬਖਸ਼ਿਸ਼ਾਂ ਦਾ ਪੂਰਾ ਲਾਭ ਨਹੀਂ ਲੈ ਰਹੇ, ਬਲਕਿ ਅਣਗਹਿਲੀ, ਅਗਿਆਨਤਾ ਅਥਵਾ ਮਾਇਕੀ ਭਰਮ ਵਿੱਚ ਗਲਤ ਵਰਤੋਂ ਮਿਸਯੂਜ਼ ਕਰ ਰਹੇ ਹਾਂ, ਜਿਸ ਕਾਰਨ ਸਾਡਾ ਜੀਵਨ ਹੋਰ ਵੀ ਨਿਗਰਦਾ ਜਾ ਰਿਹਾ ਹੈ। ਇਸ ਦਾ ਕਾਰਨ ਸਪਸ਼ਟ ਹੈ ਕਿ ਪਰਮਾਰਥ ਜਾਂ ਧਰਮ ਵੱਲ ਸਾਡੀ ਰੁਚੀ, ਸਾਡਾ ਯਤਨ, ਅਪਰੋਚ ਗਲਤ ਹੈ, ਓਪਰੀ ਹੈ, ਅਪੂਰਨ ਹੈ। ਦੂਜੇ ਲਫ਼ਜ਼ਾਂ ਵਿੱਚ ਪਰਮਾਰਥ ਦੇ ਰਾਹ ਵਿੱਚ ਜੇ ਕੋਈ ਨੁਕਸ ਜਾਂ ਢਿੱਲ ਹੁੰਦਾ ਹੀ ਹੈ, ਦੋਸ਼ ਹੁੰਦਾ ਹੈ, ਤਾਂ ਉਸ ਵਿੱਚ ਸਤਿਗੁਰੂ ਦੇ ਹੁਕਮ ਕਰੋ ਯਤਨ ਦੀ ਕਮਾਈ ਜਾਂ ਕਾਲਨਾ ਵਿੱਚ ਕਮੀ ਹੋ ਸਕਦੀ ਹੈ। ਕਿਉਂਕਿ ਸਤਿਗੁਰੂ ਦੀ ਬਖਸ਼ਿਸ਼ ਤਾਂ ਧੁੱਪ ਦੀ ਤਰ੍ਹਾਂ ਸਦ ਬਖਸ਼ਿੰ ਸਦਾ ਮਿਹਰਬਾਨ ਅਪੁੱਲ ਅਮਿਤ ਸਦੀ ਵੀ ਇਕਸਾਰ ਵਰਤ ਰਹੀ ਹੈ। ਸਦਾ 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 ਦਿਆਲ, ਸਾਚਾ ਸਾਹਿਬ ਸਦ ਮਿਹਰਬਾਨ, ਸਦ ਬਖਸ਼ਿੰ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਸਾਡਾ ਯਤਨ ਤਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਭਾਵਨੀ ਤੇ ਪਿਆਰ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ ਹੈ। ਹਾਂਜੀ, ਸਾਡਾ ਯਤਨ ਤਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਭਾਵਨੀ ਨਾਲ
ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ ਹੈ। ਦੂਜੇ ਪਾਸੇ ਸਤਿਗੁਰੂ ਆਪਣੀ ਅਪਾਰ ਬਖਸ਼ਿਸ਼ ਦੁਆਰਾ ਬੇਅੰਤ ਤੇ ਅਮਿਤ ਇਲਾਹੀ ਦਾਤਾਂ ਦੀ ਝੜੀ ਸਦਾ ਹੀ ਲਾਈ ਰੱਖਦੇ ਹਨ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਅਣ ਮੰਗਿਆ ਦਾਨ ਦੀਜੈ ਦਾਤੇ, ਤੇਰੀ ਭਗਤ ਪਰੈ ਭੰਡਾਰਾ। ਤੂੰ ਦਾਤਾ ਦਿਆਲ ਸਭੈ ਸਿਰ, ਐਨਿਸ ਦਾਤ ਸਮਾਰ ਕਰੇ। ਸਤਿਗੁਰ ਮੇਰਾ ਸਦਾ ਹੈ ਦਾਤਾ, ਜੋ ਇੱਛੈ ਸੋ ਫਲ ਪਾਏ। ਪ੍ਰੀਤ ਪ੍ਰੇਮ ਪਿਆਰ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ। ਜਿਵੇਂ ਧੁੱਪ ਸੂਰਜ ਦੀ ਪ੍ਰਕਾਸ਼ ਰੂਪ ਹੈ, ਇਸੇ ਕਰਕੇ ਪਰਮੇਸ਼ਰ ਨੂੰ ਅਤ ਪ੍ਰੀਤਮ, ਪ੍ਰੇਮ ਪੁਰਖ, ਪ੍ਰਿਯ ਆਦਿ ਲਫ਼ਜ਼ਾਂ ਨਾਲ ਬਾਣੀ ਵਿੱਚ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨ ਮੋਹਣਾ, ਘਟ ਸੋਹਣਾ ਪ੍ਰਾਨ ਆਧਾਰਾ ਰਾਮ। ਪ੍ਰਿਯ ਪ੍ਰੀਤ ਪਿਆਰੋ ਮੋਰੋ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਸੀਂ ਜੀਵ ਪਰਮੇਸ਼ਰ ਦੀ ਅੰਸ਼ ਹਾਂ ਤੇ ਸਾਡੇ ਵਿੱਚ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਚਿਣਗ ਜਾਂ ਕਿਰਨ ਪਰਵਿਰਤ ਹੈ। ਕਹੋ ਕਬੀਰ, ਇਹ ਰਾਮ ਕੀ ਅੰਸ਼। ਪ੍ਰੇਮ ਪਿਆਰ ਦੇ ਪ੍ਰਗਟਾਵੇ ਅਥਵਾ ਵਰਤੋਂ ਦੁਆਰਾ ਹੀ ਪਿਆਰ ਦੀ ਪੂਰਨਤਾ ਹੁੰਦੀ ਹੈ। ਇਸੇ ਲਈ ਪਰਮੇਸ਼ਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ ਹੈ ਤੇ ਉਸ ਵਿੱਚ ਆਪਣੇ ਇਲਾਹੀ ਪਿਆਰ ਦੀ ਚਿਣਗ ਜਾਂ ਕਣੀ ਰੱਖੀ ਹੈ, ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਤੇ ਉਸ ਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਦੇ ਸਕੇ, ਰਿਸਪਾਂਸ ਦੇ ਸਕੇ ਤੇ ਇਸ ਤਰ੍ਹਾਂ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਪੂਰਨਤਾ ਨੂੰ ਛੋ ਸਕੇ। ਇਹੋ ਪਿਆਰ ਦੀ ਦੈਵੀ ਖਿੱਚ ਹੀ ਇਲਾਹੀ ਪ੍ਰੀਤ ਪ੍ਰੇਮ ਪਿਆਰ ਹੈ, ਜਿਸ ਨਾਲ ਕਾਇਨਾਤ ਦਾ ਜ਼ਰਰਾ ਜ਼ਰਰਾ ਇੱਕ ਦੂਜੇ ਵੱਲ ਤੇ ਉਸ ਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦੇ ਜਵਾਬ ਵਜੋਂ ਪਰਮੇਸ਼ਰ ਵੱਲ ਕਿਸੇ ਸੂਖਮ ਸਹਿਜ ਅਦ੍ਰਿਸ਼ਟ ਅਪੁੱਲ ਹੁਕਮ ਦੀ ਤਾਰ ਨਾਲ ਅਵਸ਼ ਤੇ ਸਹਿਜੇ ਖਿਚਿੰਦਾ ਜਾ ਰਿਹਾ ਹੈ, ਜਿਸ ਦੇ ਆਸਰੇ ਸਾਰੀ ਕਾਇਨਾਤ ਜੁਗਾਂ ਜੁਗਾਂਤਰਾਂ ਤੋਂ ਬੱਝੀ ਹੋਈ ਹੈ ਤੇ ਇਲਾਹੀ ਰਵਾਨਗੀ ਵਿੱਚ ਚਲਦੀ ਜਾ ਰਹੀ ਹੈ। ਇਸੇ ਇਲਾਹੀ ਖਿੱਚ ਦੀ ਪ੍ਰੀਤ ਤਾਰ ਨੂੰ ਹੀ ਨਾਮ ਜਾਂ ਸ਼ਬਦ ਕਿਹਾ ਗਿਆ ਹੈ ਤੇ ਇਸ ਦੀ ਆਪ ਮੁਹਾਰੇ ਸਹਿਜ ਚਾਲ ਨੂੰ ਹੀ ਹੁਕਮ ਕਿਹਾ ਗਿਆ ਹੈ, ਜੋ ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਜੀਵਨ ਰੌ ਰੂਪ ਵਿੱਚ ਸਦੀ ਵੀ ਵਗ ਰਿਹਾ ਹੈ ਤੇ ਇਸ ਕਾਇਨਾਤ ਨੂੰ ਕਾਇਮ ਦਾਇਮ ਰੱਖਦਾ ਹੈ। ਇਹ ਪ੍ਰੀਤ ਤਾਰ ਪ੍ਰੇਮ ਛੋਇਆ ਨਾਮ ਦੀ ਪ੍ਰੇਮ ਟੁਮਣੀ ਹੀ ਗੁਰ ਪ੍ਰਸਾਦ ਅਥਵਾ ਹੋਏ ਮਿਹਰਵਾਨਾ ਹੈ। ਪਰ ਸਾਡਾ ਹਉਮੈ ਵੇੜਿਆ ਮਨ ਪਰਮੇਸ਼ਰ ਦੀ ਬਖਸ਼ੀ ਹੋਈ ਬੁੱਧੀ ਨਾਲ ਉਕਤੀਆਂ ਜੁਗਤੀਆਂ ਸਿਆਣਪਾਂ ਦੀ ਕੋਟ ਕੋਟ ਕੇ ਆਪਣੇ ਭਾਣੇ ਵਿੱਚ ਵਰਤਦਾ ਹੈ ਤੇ ਲਿਖਿਆ ਨਾਲ ਹੁਕਮ ਤੋਂ ਬੇਮੁਖ ਹੋ ਕੇ ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ। ਇਸ ਤਰ੍ਹਾਂ ਇਲਾਹੀ ਮਾਂ ਦੀ ਨਿੱਗੀ ਗੋਦ ਤੇ ਪਿਆਰ ਸੁਖ ਤੇ ਬਖਸ਼ਿਸ਼ਾਂ ਤੋਂ ਵਾਂਝਾ ਰਹਿੰਦਾ ਹੈ। ਇੱਕ ਹੋਰ ਉਦਾਹਰਨ ਹੈ, ਜੇਕਰ ਬਿਜਲੀ ਦੀ ਤਾਰ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਬਲਬ ਬੁਝ ਜਾਂਦਾ ਹੈ, ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਸਾਡੇ ਮਨ ਦੀ ਸੁਰਤ ਦੀ ਤਾਰ ਅੰਤਰ ਆਤਮੇ ਪਰਮੇਸ਼ਰ ਦੇ ਨਾਮ ਹੁਕਮ ਜਾਂ ਜੀਵਨ ਰੋਹ ਤੋਂ ਟੁੱਟ ਜਾਵੇ ਤਾਂ ਸਾਡੇ ਮਨ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਤੇ ਅਸੀਂ ਹਉਮੈ ਦੇ ਭਰਮ ਭੁਲੇਖਿਆਂ ਵਿੱਚ ਠੋਕਰਾਂ ਖਾਂਦੇ ਦੁੱਖ ਕਲੇਸ਼ ਭੋਗਦੇ ਹਾਂ। ਜਿਵੇਂ ਸੂਰਜ ਦੀ ਧੁੱਪ ਤੋਂ ਲਾਂਬੇ ਹੋ ਕੇ ਜੇ ਕਿਸੇ ਭੋਰੇ ਜਾਂ ਕੰਦਰਾਂ ਵਿੱਚ ਲੁਕ ਜਾਈਏ ਤਾਂ ਧੁੱਪ ਦੀ ਨਿੱਗੀ ਰੋਸ਼ਨੀ ਤੋਂ ਵਾਂਝੇ ਹੋ ਕੇ ਹਨੇਰੇ ਵਿੱਚ ਦੁੱਖ ਭੋਗਦੇ ਹਾਂ। ਜੇਕਰ ਅਸੀਂ ਮੁੜ ਆਪਣੀ ਇਲਾਹੀ ਮਾਂ ਦੀ ਨਿੱਗੀ ਗੋਦ ਦਾ ਪਿਆਰ ਮਾਣਨਾ ਚਾਹੁੰਦੇ ਹਾਂ ਤਾਂ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਦੀ ਤਾਰ ਦੁਆਰਾ ਅੰਤਰ ਆਤਮੇ ਇਲਾਹੀ ਹੁਕਮ ਨਾਮ ਜਾਂ ਜੀਵਨ ਰੋਹ ਨਾਲ ਜੁੜਨਾ ਲਾਜ਼ਮੀ ਹੈ। ਹਾਂਜੀ, ਜੇਕਰ ਅਸੀਂ ਮੁੜ ਆਪਣੀ ਇਲਾਹੀ ਮਾਂ ਦੀ ਨਿੱਗੀ ਗੋਦ ਦਾ ਪਿਆਰ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਦੀ ਤਾਰ ਦੁਆਰਾ ਅੰਤਰ ਆਤਮੇ ਇਲਾਹੀ ਹੁਕਮ ਨਾਮ ਜਾਂ ਜੀਵਨ ਰੋਹ ਨਾਲ ਜੁੜਨਾ ਲਾਜ਼ਮੀ ਹੈ। ਜਾਂ ਇਉਂ ਕਹੋ
ਕਿ ਜੇਕਰ ਅਸੀਂ ਭਰਮ ਦੇ ਹਨੇਰੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਤਾਂ ਸਾਨੂੰ ਹਉਮੈ ਦੀ ਹਨੇਰ ਕੋਠੜੀ ਵਿੱਚੋਂ ਨਿਕਲ ਕੇ ਨਾਮ ਰੂਪੀ ਸੂਰਜ ਦੀ ਰੋਸ਼ਨੀ ਜਾਂ ਧੁੱਪ ਵਿੱਚ ਆਪਣੇ ਆਪ ਨੂੰ ਪੇਸ਼ ਕਰਨਾ ਪਵੇਗਾ। ਦੂਜੇ ਲਫ਼ਜ਼ਾਂ ਵਿੱਚ ਮਾਇਆ ਵੱਲ ਪਿੱਠ ਕਰਕੇ ਆਪਣੇ ਮਨ ਦਾ ਰੁਖ ਇਲਾਹੀ ਸੂਰਜ ਅਥਵਾ ਅਕਾਲ ਪੁਰਖ ਵੱਲ ਕਰਨਾ ਪਵੇਗਾ, ਅਥਵਾ ਬੇਮੁਖ ਹੋਏ ਮਨ ਨੂੰ ਗੁਰੂ ਦੀ ਹਜ਼ੂਰੀ ਵਿੱਚ ਸਨਮੁਖ ਕਰਨਾ ਪਵੇਗਾ। ਤੇ ਇਸੇ ਨੂੰ ਚਰਨ ਸ਼ਰਨ ਜਾਣਾ ਕਿਹਾ ਗਿਆ ਹੈ। ਸ਼ਰਨ ਗਹੀ ਜੈ ਮਾਨ ਲੀਜੈ ਕਰੈ ਸੋ ਸੁਖ ਪਾਈਐ। ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ। आप छड़ सदा रह परनै गुर बिन अवर न जाने कोय। कहे नानक सुनो संतो सो सिख सन्मुख होए। चरण शरण गुर एक पैंडा जाए चल। सतगुर कोट पैंडा आगे होए लेत है। एहो साडे लई करो जतन है। असी पल पल दिन रात सारी उम्र किसे ना किसे कम विच रुझे रहंदे हां। असी पल पल दिन रात सारी उम्र किसे ना किसे कम विच रुझे रहंदे हां। पर साडा सारा रुझेवा या यतन त्रै गुणा विच माया दी गुलामी विच हुंदा है। माया कारण सद ही चूरै मनमुख कबे ना उस्तत करे। पर कोई विरला ही परमार्थ वल रुचि रखदा है ते धर्म लई कोई जतन या उद्यम करदा है। विरले केई पायन जिना प्यारे न्यो। गुरमत चलदे विरले बंदे। धार्मिक रुचि वाले जो उद्यम या जतन करदे भी हां ਉਹ ਵੀ ਓਪਰੇ ਜੇ ਅਧੂਰੇ ਗਲਤ ਫੋਕੇ ਤੇ ਕਰਮ ਕਾਂਡੀ ਬਣ ਕੇ ਰਹਿ ਜਾਂਦੇ ਹਨ। ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਗਾਤੀ ਲੂਟੈ। ਕਰਮ ਧਰਮ ਲਖ ਜੋਗ ਭੋਗ ਲਖ ਪਾਠ ਪੜਾਈ। ਆਪ ਗਣਾਏ ਵਿਗੁਚ ਨਾ ਓਏ ਥਾਏ ਨਾ ਪਾਈ। ਫਿਰ ਸਾਡਾ ਫਰਜ਼ ਅਥਵਾ ਜਤਨ ਤਾਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ, ਗੁਰਬਾਣੀ ਦੇ ਉਪਦੇਸ਼ਾਂ ਨੂੰ ਬੁੱਝਣਾ ਤੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਕਮਾਉਣਾ ਹੈ। ਹਾਂਜੀ, ਸਾਡਾ ਫਰਜ਼ ਅਥਵਾ ਯਤਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ, ਗੁਰਬਾਣੀ ਦੇ ਉਪਦੇਸ਼ਾਂ ਨੂੰ ਬੁੱਝਣਾ ਤੇ ਕਮਾਉਣਾ ਹੀ ਹੈ। ਹੋਏ ਮਿਹਰਬਾਨਾ ਅਥਵਾ ਸਤਿਗੁਰੂ ਦੀ ਬਖਸ਼ਿਸ਼ ਤਾਂ ਸਹਿਜੇ ਅਵਸ਼ ਹੀ ਹੋ ਰਹੀ ਹੈ, ਹੁੰਦੀ ਰਹੇਗੀ ਜਿਸ ਤਰ੍ਹਾਂ ਸੂਰਜ ਤੋਂ ਸੂਰਜ ਦੀ ਧੁੱਪ। ਕਰੋ ਜਤਨ ਦੀ ਕਮਾਈ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਪ੍ਰੇਰਨਾ ਤੇ ਸਹਾਇਤਾ ਕਰਦੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ ਸੌ ਦੇਖੈ ਪਤਿਆਏ। ਤਜੋ ਸਿਆਣਪ ਸੁਰਜਨੋ सिमरो हर हर राय, एक आस हर मन रखो नानक दुख परम पो जाए। याहू जतन कर होत छुटारा, उआहू जतन साध संगारा। हर कीरत साध संगत है, सिर कर मन कै कर्मा। कर साध संगत सिमर माधो, होए पतित पुनीत। जन नानक को गुर एह मत दीनी, जप हर पाउजल तरना। केवल नाम जपोरे प्राणी, तब ही नेचे तरना। केवल नाम जपोरे प्राणी, तब ही नेचे तरना। वाहिगुरु जी का खालसा, वाहिगुरु जी की फतेह।